ਵਿਨਿੰਗ ਪੰਜਾਬ ਦਾ ਸਪੈਸ਼ਲ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਬੇਫਜ਼ੂਲੀ ਸਖਤੀ ਜੋ ਕਿ ਅਧਿਕਾਰੀਆਂ ਉੱਪਰ ਕੀਤੀ ਜਾ ਰਹੀ ਹੈ ਹੁਣ ਸਰਕਾਰ ਨੂੰ ਮਹਿੰਗੀ ਪੈਣ ਲੱਗੀ ਹੈ ਕਿਉਂਕਿ ਅਸਤੀਫਿਆਂ ਦੀ ਝੜੀ ਲੱਗਦੀ ਹੋਈ ਨਜ਼ਰ ਆ ਰਹੀ ਹੈ। ਵੱਡੇ ਵੱਡੇ ਅਧਿਕਾਰੀਆਂ ਵੱਲੋਂ ਅਸਤੀਫੇ ਦਿੱਤੇ ਗਏ ਨੇ। ਹੁਣ ਕਿੰਨਾ ਵੱਲੋਂ ਅਸਤੀਫੇ ਦਿੱਤੇ ਗਏ ਨੇ ਤੇ ਕਿੰਨਾ ਕਾਰਨਾਂ ਕਰਕੇ ਆਪਣੇ ਅਸਤੀਫੇ ਸੌਂਪ ਦਿੱਤੇ ਗਏ ਨੇ, ਇਸ ਬਾਰੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੀ ਵਧਦੀ ਹੋਈ ਮੁਸ਼ਕਿਲ ਦੀ, ਕਿਉਂਕਿ ਉਹਨਾਂ ਦੇ ਵਿਰੁੱਧ ਇੱਕ ਲਿਖਤੀ ਸ਼ਿਕਾਇਤ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਹੈ। ਕਿਸ ਵੱਲੋਂ ਇਹ ਰਿਪੋਰਟ ਸੌਂਪੀ ਗਈ ਹੈ, ਇਹ ਲਿਖਤੀ ਸ਼ਿਕਾਇਤ ਸੌਂਪੀ ਗਈ ਹੈ ਤੇ ਕਿੰਨਾ ਕਾਰਨਾਂ ਕਰਕੇ ਇਹ ਸ਼ਿਕਾਇਤ ਬਨਵਾਰੀ ਲਾਲ ਪ੍ਰੋਹਤ ਜੀ ਨੂੰ ਕੀਤੀ ਗਈ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ, ਉਸ ਬਾਰੇ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੀ ਕਿ ਕੁਰਸੀ ਦੀਆਂ ਭਾਵ ਕਿ ਪ੍ਰਧਾਨਗੀ ਦੀਆਂ ਕੁਰਸੀ ਦੇ ਉੱਪਰ ਚੌਤਰਫਾ ਦਬਾਅ ਹੁਣ ਵੱਧਦਾ ਜਾ ਰਿਹਾ ਹੈ। ਇੱਕ ਹੋਰ ਸੀਨੀਅਰ ਲੀਡਰ ਦੇ ਵੱਲੋਂ ਉਹਨਾਂ ਦੇ ਪ੍ਰਧਾਨਗੀ ਦੇ ਅਸਤੀਫੇ ਤੋਂ ਮੰਗ ਕੀਤੀ ਗਈ ਹੈ, ਭਾਵ ਕਿ ਉਹਨਾਂ ਨੂੰ ਹੁਣ ਪ੍ਰਧਾਨਗੀ ਦੀ ਕੁਰਸੀ ਛੱਡ ਦੇਣੀ ਚਾਹੀਦੀ ਹੈ। ਕਿਸ ਵੱਲੋਂ ਇਹ ਮੰਗ ਕੀਤੀ ਗਈ ਹੈ ਤੇ ਕਿੰਨਾ ਕਾਰਨਾਂ ਕਰਕੇ ਇਹ ਮੰਗ ਕੀਤੀ ਗਈ ਹੈ, ਉਸ ਬਾਰੇ ਵੀ ਵਿਸਥਾਰ ਦੇ ਨਾਲ ਚਰਚਾ ਕਰਾਂਗੇ। ਤੇ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਚਰਚਾ ਕਰੀਏ ਕੱਲ ਦੇ ਇੱਕ ਅਹਿਮ ਘਟਨਾ ਦੀ। ਗੱਲ ਕਰਾਂਗੇ ਸਿਹਤ ਮੰਤਰੀ ਦੇ ਫਰੀਦਕੋਟ ਦੌਰੇ ਦੀ, ਜਦੋਂ ਕਿ ਉਹ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਇੱਕ ਵਿਜ਼ਿਟ ਕਰਨ ਦੇ ਲਈ ਪਹੁੰਚੇ ਸੀ ਤਾਂ ਉਹਨਾਂ ਦੇ ਵੱਲੋਂ ਵਾਰਡਾਂ ਦਾ ਦੌਰਾ ਕੀਤਾ ਗਿਆ, ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ ਗਿਆ ਅਤੇ ਇੱਕ ਬੰਦ ਪਏ ਵਾਰਡ ਨੂੰ ਖੋਲ੍ਹਣ ਦੇ ਲਈ ਕਿਹਾ ਗਿਆ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਬੰਦ ਪਏ ਵਾਰਡ ਦੀ ਹਾਲਤ ਨੂੰ ਦੇਖ ਕੇ ਉਹਨਾਂ ਦੇ ਤੇਵਰ ਬਦਲ ਗਏ। ਉਹਨਾਂ ਨੂੰ ਗੁੱਸਾ ਵੀ ਇਸ ਕਦਰ ਆਇਆ ਕਿ ਉਹਨਾਂ ਨੇ ਵਾਈਸ ਚਾਂਸਲਰ ਨੂੰ ਹੀ ਮੰਦੇ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੂੰ ਕਿਹਾ ਵੀ ਜੋ ਇਹ ਗੰਦੇ ਇੱਥੇ ਬੈੱਡ ਨੇ, ਗੰਦੇ ਗੱਦੇ ਲੱਗੇ ਹੋਏ ਨੇ, ਕਿ ਇਹਨਾਂ ਦੇ ਉੱਪਰ ਕੋਈ ਮਰੀਜ਼ ਸੌਂ ਸਕਦਾ ਹੈ, ਕਿ ਇਹਨਾਂ ਦੇ ਉੱਪਰ ਪੈ ਕੇ ਕੋਈ ਮਰੀਜ਼ ਆਪਣਾ ਇਲਾਜ ਕਰਾ ਸਕਦਾ ਹੈ ਜਾਂ ਕਿ ਇਨਫੈਕਸ਼ਨ ਹੋਰ ਜ਼ਿਆਦਾ ਵਧੇਗੀ। ਤੇ ਉਹਨਾਂ ਵੱਲੋਂ BC ਨੂੰ ਗੱਲ ਕਰੀਏ ਡਾਕਟਰ ਰਾਜ ਬਹਾਦਰ, ਉਹਨਾਂ ਨੂੰ ਹੀ ਉਸ ਗੱਦੇ ਉੱਪਰ ਲੇਟਣ ਦੇ ਲਈ ਕਿਹਾ ਗਿਆ, ਭਾਵੇਂ ਕਿ ਰਾਜ ਬਹਾਦਰ ਜੀ ਇਸ ਗੱਲ ਦਾ ਪਹਿਲਾਂ ਵਿਰੋਧ ਕਰਦੇ ਹੋਏ ਨਜ਼ਰ ਆਏ ਅਤੇ ਉਹਨਾਂ ਦੇ ਵੱਲੋਂ ਨਾ ਕਰਨ ਦੇ ਉੱਪਰ ਚੇਤਨ ਜੋੜਾ ਮਾਜਰਾ ਜੀ ਜੋ ਕਿ ਸਿਹਤ ਮੰਤਰੀ ਨੇ ਪੰਜਾਬ ਦੇ, ਉਹਨਾਂ ਵੱਲੋਂ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਗੱਦੇ ਦੇ ਉੱਪਰ ਲਿਟਾ ਦਿੱਤਾ ਗਿਆ, ਜਿਸ ਤੋਂ ਕਿ ਨਾਰਾਜ਼ ਹੋਏ ਕਿਉਂਕਿ ਉਹਨਾਂ ਨੇ ਤੋਹੀਨ ਸਮਝੀ ਆਪਣੀ ਇਸ ਮਾਮਲੇ ਦੇ ਵਿੱਚ, ਕਿਉਂਕਿ ਇੱਕ ਵੱਡੇ ਅਹੁਦੇ ਦੇ ਉੱਪਰ ਨੇ ਤੇ ਨਾਮ ਹੈ ਪੂਰੀ ਦੁਨੀਆ ਦੇ ਵਿੱਚ। ਕਿਉਂਕਿ ਜੇਕਰ ਇੰਡੀਆ ਦੀ ਗੱਲ ਕਰੀਏ ਤਾਂ ਸਪਾਈਨਲ ਦੇ ਪਹਿਲੇ 3 ਜਾਂ 4 ਡਾਕਟਰਾਂ ਦੇ ਵਿੱਚ ਡਾਕਟਰ ਰਾਜ ਬਹਾਦਰ ਦਾ ਨਾਮ ਆਉਂਦਾ, ਜਿਹੜੇ ਕਿ ਬੜੇ ਉੱਚ ਕੋਟੀ ਦੇ ਡਾਕਟਰ ਨੇ ਤੇ ਵਿਦੇਸ਼ਾਂ ਤੋਂ ਲੋਕ ਸਪਾਈਨਲ ਦਾ ਇਲਾਜ ਕਰਾਉਣ ਦੇ ਲਈ ਡਾਕਟਰ ਰਾਜ ਬਹਾਦਰ ਤੋਂ ਅਪਾਇੰਟਮੈਂਟ ਲੈ ਕੇ ਮਿਲਦੇ ਨੇ। ਲੇਕਿਨ ਮੀਡੀਆ ਦੇ ਸਾਹਮਣੇ, ਉਹਨਾਂ ਦੇ ਮੁਲਾਜ਼ਮਾਂ ਦੇ ਸਾਹਮਣੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਤੇ ਰਾਤ ਭਰ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਟੈਨਸ਼ਨ ਦੇ ਵਿੱਚ ਗੁਜ਼ਰੀ ਤੇ ਨੀਂਦ ਨਹੀਂ, ਤੇ ਤਕਰੀਬਨ ਰਾਤ ਨੂੰ 12 ਵਜੇ ਹੀ ਇਸ ਘਟਨਾ ਤੋਂ ਬਾਅਦ ਕੱਲ ਰਾਤ 12 ਵਜੇ ਹੀ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਰਾਜਪਾਲ ਸਾਹਿਬ ਨੂੰ ਭੇਜ ਦਿੱਤਾ ਗਿਆ। ਬਨਵਾਰੀ ਲਾਲ ਪ੍ਰੋਹਤ ਜੀ ਨੂੰ ਆਪਣਾ ਉਹਨਾਂ ਦੇ ਵੱਲੋਂ ਅਸਤੀਫਾ ਭੇਜ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਇਹ ਸਮਝਿਆ ਕਿ ਉਹਨਾਂ ਦੀ ਵੱਡੀ ਤੋਹੀਨ ਕੀਤੀ ਗਈ ਹੈ। ਜਿਹੜੇ ਵਾਰਡ ਦੀ ਗੱਲ ਕੀਤੀ ਗਈ ਸੀ, ਜਿਸ ਵਾਰਡ ਦੇ ਵਿੱਚ ਜਾ ਕੇ ਉਹਨਾਂ ਨੂੰ ਗੰਦੇ ਬੈੱਡ ਦੇ ਉੱਪਰ ਲੇਟਣ ਦੇ ਲਈ ਮਜਬੂਰ ਕੀਤਾ ਗਿਆ ਸੀ, ਉਹ ਵਾਰਡ ਕੁਝ ਲੰਮੇ ਸਮੇਂ ਤੋਂ ਬੰਦ ਪਿਆ ਸੀ, ਜਿਸ ਕਾਰਨ ਉੱਥੇ ਸਫਾਈ ਨਹੀਂ ਹੁੰਦੀ ਸੀ। ਲੇਕਿਨ ਗੰਦਗੀ ਨੂੰ ਦੇਖ ਕੇ ਪਾਰਾ ਚੜਿਆ ਸੀ ਸਿਹਤ ਮੰਤਰੀ ਦਾ। ਇਹ ਪਹਿਲਾ ਮਾਮਲਾ ਨਹੀਂ ਜਦੋਂ ਮੰਤਰੀਆਂ ਦੇ ਵੱਲੋਂ ਜਾਂ ਫਿਰ ਵਿਧਾਇਕਾਂ ਦੇ ਵੱਲੋਂ ਅਫਸਰਾਂ ਦੇ ਉੱਪਰ ਜਾਂ ਫਿਰ ਵੱਡੇ ਅਧਿਕਾਰੀਆਂ ਦੇ ਉੱਪਰ ਬੇਫਜ਼ੂਲੀ ਸਖਤੀ ਕੀਤੀ ਗਈ ਹੈ। ਪਿਛਲੇ ਦਿਨ ਦੇ ਮਾਮਲੇ ਦੀ ਗੱਲ ਕਰੀਏ ਜਦੋਂ ਜਲੰਧਰ ਤੋਂ ਵਿੱਚੋਂ ਵਿਧਾਇਕ ਸ਼ੀਤਲ ਅੰਗਰਾਲ ਜੀ ਵੱਲੋਂ ਵੀ ADC ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਦੇ ਹੋਏ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲਗਾਏ ਗਏ ਸੀ। ਉਹ ਵੀ DC ਸਾਹਿਬ ਦੇ ਆਫਿਸ ਪਹੁੰਚ ਕੇ ਆਪਣੇ ਵਿਧਾਇਕ ਦੇ ਨਾਲ ਜੋ ਉਹਨਾਂ ਦੇ ਮੈਂਬਰ ਪਹੁੰਚੇ ਸੀ ਉਹਨਾਂ ਸਾਹਮਣੇ, ਮੀਡੀਆ ਦੇ ਸਾਹਮਣੇ ਤੇ ਨਾਲ ਹੀ ਨਾਲ ਆਪਣੀ Facebook ਤੋਂ ਲਾਈਵ ਹੋ ਕੇ ਦਿਖਾਉਣਾ ਚਾਹੁੰਦੇ ਸੀ ਲੋਕਾਂ ਨੂੰ ਕਿ ਸਰਕਾਰ ਕਿਸ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਤੇ ਅਫਸਰਾਂ ਨੂੰ ਕਿਸ ਤਰੀਕੇ ਦੇ ਨਾਲ ਸਖਤੀ ਦੇ ਨਾਲ ਪੇਸ਼ ਆ ਰਹੇ ਨੇ ਵਿਧਾਇਕ ਤੇ ਮੰਤਰੀ ਸਾਹਿਬਾਨ। ਸੋ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ADC ਸਾਹਿਬ ਨੂੰ ਬੁਰਾ ਭਲਾ ਬੋਲਿਆ ਗਿਆ, ਇਲਜ਼ਾਮ ਲਗਾਏ ਗਏ ਸੀ, ਕਰਪਸ਼ਨ ਦੇ ਇਲਜ਼ਾਮ ਤੱਕ ਲਗਾਏ ਗਏ ਸੀ ਤੇ ਨਾਲ ਹੀ ਨਾਲ ਇੱਕ ਮਹਿਲਾ ਸੁਪਰਡੈਂਟ ਦੇ ਉੱਪਰ ਵੀ ਇਲਜ਼ਾਮ ਲਗਾਏ ਗਏ ਸੀ, ਜਿਸ ਤੋਂ ਬਾਅਦ ਮਾਮਲਾ ਤੂਲ ਫੜਦਾ ਨਜ਼ਰ ਆਇਆ ਸੀ ਅਤੇ DC
ਆਫਿਸ ਦੇ ਜਿੰਨੇ ਵੀ ਮੁਲਾਜ਼ਮ ਨੇ ਤੇ ਉਹਨਾਂ ਦੀਆਂ ਜਿੰਨੇ ਵੀ ਜਥੇਬੰਦੀਆਂ ਨੇ ਉਹਨਾਂ ਵੱਲੋਂ ਪਿਛਲੇ ਸੋਮਵਾਰ ਤੋਂ ਇਸ ਕਾਰਵਾਈ ਦੇ ਖਿਲਾਫ ਸੰਘਰਸ਼ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ। ਲੇਕਿਨ ਉਸ ਤੋਂ ਪਹਿਲਾਂ ਹੀ ਸਰਕਾਰ ਦੀ ਇੰਟਰਫੇਰੈਂਸ ਤੋਂ ਬਾਅਦ ਜਿੱਥੇ ਕਿ ਵਿਧਾਇਕ ਸਾਹਿਬ ਇਸ ਪੂਰੇ ਮਾਮਲੇ ਦੇ ਉੱਪਰ ਸਫਾਈ ਦਿੰਦੇ ਨਜ਼ਰ ਆਏ, ਉੱਥੇ ਹੀ ਮਾਫੀ ਵੀ ਮੰਗਦੇ ਹੋਏ ਨਜ਼ਰ ਆਏ ਸੀ, ਜਿਸ ਤੋਂ ਬਾਅਦ ਇਹ ਮਾਮਲਾ ਸ਼ਾਂਤ ਹੋਇਆ। ਲੇਕਿਨ 3 ਜਾਂ 4 ਦਿਨਾਂ ਤੋਂ ਬਾਅਦ ਦੂਸਰੀ ਘਟਨਾ ਵਾਪਰੀ ਕੱਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ, ਜਿੱਥੇ ਕਿ BC ਸਾਹਿਬ ਦੇ ਨਾਲ, ਵਾਈਸ ਚਾਂਸਲਰ ਦੇ ਨਾਲ ਬੁਰਾ ਵਿਵਹਾਰ ਕੀਤਾ ਗਿਆ ਤੇ ਗੰਦੇ ਬੈੱਡ ਦੇ ਉੱਪਰ ਲੇਟਣ ਲਈ ਮਜਬੂਰ ਕੀਤਾ ਗਿਆ ਸੀ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਵੱਲੋਂ। ਉਸ ਤੋਂ ਬਾਅਦ ਜੇਕਰ ਪਹਿਲਾਂ ਗੱਲ ਕਰੀਏ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਉਹਨਾਂ ਦੇ ਪ੍ਰਿੰਸੀਪਲ ਦੇ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਸੀ ਤੇ ਨਾਲ ਹੀ ਗੁਰੂ ਨਾਨਕ ਦੇਵ ਹਸਪਤਾਲ ਦੇ ਸੁਪਰਡੈਂਟ KD ਸਿੰਘ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ। ਭਾਵੇਂ ਕਿ ਉਹਨਾਂ ਨੇ ਅਸਤੀਫੇ ਦੇ ਕਾਰਨ ਨਿੱਜੀ ਦੱਸੇ ਸੀ, ਲੇਕਿਨ ਜਿਹੜੀਆਂ ਅੰਦਰੂਨੀ ਸਾਡੇ ਕੋਲ ਚਰਚਾਵਾਂ ਪਹੁੰਚੀਆਂ ਨੇ, ਸਾਡੇ ਸੂਤਰਾਂ ਤੋਂ ਸਾਡੇ ਤੱਕ ਖਬਰਾਂ ਪਹੁੰਚੀਆਂ ਨੇ, ਉਹਨਾਂ ਮੁਤਾਬਕ ਸਿਹਤ ਮੰਤਰੀ ਦਾ ਰਵੱਈਆ ਹੀ ਇਹਨਾਂ ਅਸਤੀਫਿਆਂ ਦਾ ਕਾਰਨ ਹੈ। ਲਗਾਤਾਰ ਅਸਤੀਫੇ ਦਿੱਤੇ ਗਏ ਨੇ ਤੇ ਇਸ ਤੋਂ ਬਾਅਦ ਹੁਣ ਮੈਡੀਕਲ ਕਾਲਜ, ਚਾਹੇ ਅੰਮ੍ਰਿਤਸਰ ਮੈਡੀਕਲ ਕਾਲਜ ਦੀ ਗੱਲ ਕਰੀਏ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਦੂਸਰੇ ਪਾਸੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਉਹਨਾਂ ਦੇ ਜਿੰਨੇ ਵੀ ਹੁਣ ਅਧਿਕਾਰੀ ਨੇ, ਉੱਚ ਅਧਿਕਾਰੀ ਨੇ ਮੈਡੀਕਲ ਕਾਲਜ ਦੇ, ਉਹ ਹੁਣ ਵਾਈਸ ਚਾਂਸਲਰ ਦੇ ਪੱਖ ਦੇ ਵਿੱਚ ਖੜਦੇ ਹੋਏ ਨਜ਼ਰ ਆ ਰਹੇ ਅਤੇ ਇੱਕ ਮੀਟਿੰਗ ਸੱਦੀ ਗਈ ਜਿਸ ਤੋਂ ਬਾਅਦ ਸੰਘਰਸ਼ ਦਾ ਬਿਗਲ ਵਜਾ ਦਿੱਤਾ ਜਾਏਗਾ ਸਿਹਤ ਮੰਤਰੀ ਦੇ ਨਾਲ। ਕੀ ਹੁਣ ਸ਼ੀਤਲ ਅੰਗੁਰਾਲ ਦੇ ਵਾਂਗ ਸਿਹਤ ਮੰਤਰੀ ਵੀ ਮਾਫੀ ਮੰਗਦੇ ਹੋਏ ਨਜ਼ਰ ਆਉਣਗੇ? ਕਿ ਵਾਕਈ ਸਰਕਾਰੀ ਜਿੰਨੇ ਵੀ ਅਧਿਕਾਰੀ ਨੇ ਉਹ ਇਕੱਠੇ ਹੋਣਗੇ ਸਰਕਾਰ ਦੀ ਇਸ ਬੇਰੁਖੀ ਦੇ ਖਿਲਾਫ? ਤੇ ਕੀ ਇਸ ਐਕਸ਼ਨ ਤੋਂ ਬਾਅਦ ਜੋ ਹੁਣ ਐਕਸ਼ਨ ਲੈਤਾ ਗਿਆ, ਅਸਤੀਫੇ ਦਿੱਤੇ ਗਏ ਨੇ, ਪਹਿਲਾਂ ਤਾਂ ਗੱਲ ਇਹ ਹੈ ਕਿ ਅਸਤੀਫੇ ਮਨਜ਼ੂਰ ਹੋਣਗੇ ਜਾਂ ਨਹੀਂ, ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਸਰਕਾਰੀ ਅਧਿਕਾਰੀਆਂ ਨੂੰ ਗਲਤ ਤਰੀਕੇ ਦੇ ਨਾਲ ਪਰੇਸ਼ਾਨ ਕੀਤਾ ਜਾ ਰਿਹਾ, ਦੁਰਵਿਵਹਾਰ ਕੀਤਾ ਜਾ ਰਿਹਾ, ਉਸ ਤੋਂ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਸਰਕਾਰ ਦੀਆਂ ਜੋ ਮੁਸ਼ਕਿਲਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ। ਸੋ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਕੀ ਬਣਨਗੇ, ਕਿਉਂਕਿ ਮੈਡੀਕਲ ਕਾਲਜ ਵੀ ਹੁਣ ਵਾਈਸ ਚਾਂਸਲਰ ਦੇ ਪਿੱਠ ਦੇ ਉੱਪਰ ਖੜੇ ਹੋਏ ਨਜ਼ਰ ਆ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਇਕ ਜਾਂ ਫਿਰ ਮੰਤਰੀ ਇਸ ਦੋ ਜੋ ਇੰਸੀਡੈਂਟ ਵਾਪਰੇ ਨੇ ਇੱਕ ਹਫ਼ਤੇ ਦੇ ਵਿੱਚ, ਕਿ ਇਸ ਤੋਂ ਕੋਈ ਸਬਕ ਲੈਣਗੇ ਜਾਂ ਫਿਰ ਲਗਾਤਾਰ ਕੁਰਸੀਆਂ ਜੋ ਉਹਨਾਂ ਨੂੰ ਮਿਲੀਆਂ ਨੇ ਉਹਨਾਂ ਦੀ ਵਰਤੋਂ ਇਸ ਤਰੀਕੇ ਦੇ ਨਾਲ ਕਰਨਗੇ, ਲੋਕਾਂ ਨੂੰ ਦਿਖਾਉਣਗੇ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਸਰਕਾਰੀ ਅਧਿਕਾਰੀਆਂ ਦੇ ਉੱਪਰ ਪ੍ਰੈਸ਼ਰ ਬਣਾ ਕੇ ਕੰਮ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਕਿ ਹੁਣ ਲੱਗਦਾ ਅਧਿਕਾਰੀ ਸ਼ਾਇਦ ਕਬੂਲ ਨਾ ਕਰਨ, ਜਿਸ ਤੋਂ ਬਾਅਦ ਹੁਣ ਅਸਤੀਫੇ ਆਏ ਨੇ, ਅਸਤੀਫਿਆਂ ਦੀ ਝੜੀ ਲੱਗੀ ਤੇ ਸਰਕਾਰ ਦੀਆਂ ਮੁਸ਼ਕਿਲਾਂ ਵਧੀਆਂ ਨੇ। ਸਰਕਾਰ ਦੀਆਂ ਮੁਸ਼ਕਿਲਾਂ ਸਿਰਫ ਇੱਥੇ ਤੱਕ ਹੀ ਸੀਮਤ ਨਹੀਂ, ਸਰਕਾਰ ਦੀ, ਭਗਵੰਤ ਮਾਨ ਸਰਕਾਰ ਦੀ, ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਕ ਲਿਖਤੀ ਸ਼ਿਕਾਇਤ ਵੀ ਰਾਜਪਾਲ ਸਾਹਿਬ ਕੋਲ ਪਹੁੰਚੀ ਹੈ। ਪੂਰਾ ਮਾਮਲਾ ਹੈ ਜੋ SC ਕਮਿਸ਼ਨ ਦੇ ਚੇਅਰਮੈਨ ਨੇ ਵਿਜੇ ਸਾਂਪਲਾ ਜੀ, ਉਹਨਾਂ ਦੇ ਵੱਲੋਂ ਕੱਲ ਬਨਵਾਰੀ ਲਾਲ ਜੀ ਪ੍ਰੋਹਤ ਜੋ ਕਿ ਰਾਜਪਾਲ ਨੇ ਪੰਜਾਬ ਦੇ, ਉਹਨਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਨੂੰ ਸਰਕਾਰ ਦੀ, ਪੰਜਾਬ ਸਰਕਾਰ ਦੀ ਇੱਕ ਲਿਖਤੀ ਰਿਪੋਰਟ ਦਿੱਤੀ ਗਈ ਹੈ, ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਲਿਤ ਵਿਰੋਧੀ ਰਵੱਈਆ ਅਪਣਾ ਰਹੀ ਹੈ। ਸੋ ਇਸ ਸੰਬੰਧੀ ਰਾਜਪਾਲ ਜੀ ਨੂੰ ਕੋਈ ਨਾ ਕੋਈ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ। ਵਿਜੇ ਸਾਂਪਲਾ ਜੀ ਨੇ ਦਾਅਵਾ ਕੀਤਾ ਹੈ ਕਿ ਜਿਹੜੀ ਸਰਕਾਰ ਹੈ, ਭਾਵੇਂ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਬੱਚਿਆਂ ਦੇ ਲਈ ਮੈਟ੍ਰਿਕ ਦੇ ਤੱਕ ਸਕਾਲਰਸ਼ਿਪ ਜੋ ਚਲਾਈ ਜਾਂਦੀ ਹੈ, ਸਕੀਮ ਸੈਂਟਰ ਦੀ ਸਕੀਮ ਹੈ, ਉਸ ਸੰਬੰਧੀ ਪੰਜਾਬ ਸਰਕਾਰ ਨੂੰ ਲਗਾਤਾਰ ਪੈਸੇ ਮਿਲ ਰਹੇ ਨੇ, ਫੰਡ ਮਿਲ ਰਹੇ ਨੇ, ਲੇਕਿਨ ਇਹ ਪੈਸੇ ਕਿਤੇ ਵੀ ਗਰੀਬ ਬੱਚਿਆਂ ਤੱਕ, ਦਲਿਤ ਬੱਚਿਆਂ ਤੱਕ ਨਹੀਂ ਪਹੁੰਚ ਪਾ ਰਹੇ, ਜਿਸ ਕਾਰਨ ਦਲਿਤ ਪਰਿਵਾਰ ਨਾਲ ਸੰਬੰਧਿਤ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਵਿਘਨ ਪੈ ਰਿਹਾ। ਸੋ ਵੱਡਾ ਇਲਜ਼ਾਮ ਲੱਗਿਆ ਹੈ। ਜੇਕਰ ਪਿਛਲੀ ਸਰਕਾਰ ਦੀ ਗੱਲ ਕਰੀਏ, ਚੰਨੀ ਸਰਕਾਰ ਦੀ ਗੱਲ ਕਰੀਏ, ਜਾਂ ਫਿਰ ਉਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਗੱਲ ਕਰੀਏ, ਉਦੋਂ ਵੀ ਇਹ ਵਜੀਫਾ ਘੁਟਾਲਾ ਬੜਾ ਵੱਡੇ ਪੱਧਰ ਤੇ ਉਛਲਿਆ ਸੀ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਵੇਂ ਕਿ ਜਾਂਚ ਕਰਾਈ ਗਈ ਸੀ ਆਪਣੇ ਹੀ ਮੰਤਰੀ ਦੀ, ਸਾਧੂ ਸਿੰਘ ਧਰਮਸੋਤ ਦੀ, ਲੇਕਿਨ ਕਲੀਨ ਚਿੱਟ ਦਿੰਦੇ ਹੋਏ ਨਜ਼ਰ ਆਏ ਸੀ। ਹਾਲਾਂਕਿ ਉਹਦੇ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਉਜਾਗਰ ਹੋਇਆ ਸੀ ਕਿ ਘੁਟਾਲਾ ਹੋਇਆ, ਲੇਕਿਨ
ਪਤਾ ਨਹੀਂ ਕੀ ਮਜਬੂਰੀ ਸੀ ਕੈਪਟਨ ਅਮਰਿੰਦਰ ਸਿੰਘ ਦੀ, ਉਹ ਜਾਂਚ ਹੋਣ ਤੋਂ ਬਾਅਦ ਵੀ, ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਵੀ ਕਲੀਨ ਚਿੱਟ ਦਿੱਤੀ ਸੀ, ਭਾਵੇਂ ਕਿ ਉਸ ਮਾਮਲੇ ਸੰਬੰਧੀ ਹੁਣ ਆਮ ਆਦਮੀ ਪਾਰਟੀ ਨਵੇਂ ਸਿਰੇ ਤੋਂ ਜਾਂਚ ਕਰਾ ਰਹੀ ਹੈ ਤੇ ਸਾਧੂ ਸਿੰਘ ਧਰਮਸੋਤ ਸਲਾਖਾਂ ਦੇ ਪਿੱਛੇ ਨੇ। ਲੇਕਿਨ ਇਸ ਵਜੀਫੇ ਦੀ ਗੱਲ ਹੁਣ ਇੱਕ ਵਾਰ ਫਿਰ ਤੋਂ ਵਿਜੇ ਸਾਂਪਲਾ ਜੀ ਕਰਦੇ ਹੋਏ ਨਜ਼ਰ ਆ ਰਹੇ ਨੇ। ਤੇ ਦੂਸਰੇ ਪਾਸੇ ਉਹਨਾਂ ਨੇ ਗੱਲ ਕੀਤੀ ਹੈਗੀ ਹਾਈ ਕੋਰਟ ਦੇ ਵਿੱਚ ਲਾਅ ਅਫਸਰ ਜੋ ਨਿਯੁਕਤ ਕੀਤੇ ਜਾਣੇ ਸੀਗੇ ਉਸ ਦੇ ਵਿੱਚ ਰਾਖਵੇਂ ਕਰਨ ਦੀ ਗੱਲ ਕੀਤੀ ਗਈ ਸੀ, ਲੇਕਿਨ ਸਰਕਾਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਨਾਲ ਹੀ ਨਾਲ ਕੋਰਟ ਦਾ ਰੁਖ ਕੀਤਾ ਗਿਆ। ਪਰ ਜਦੋਂ ਐਸਸੀ ਕਮਿਸ਼ਨ ਦੇ ਵੱਲੋਂ ਸਰਕਾਰ ਦੇ ਉੱਪਰ ਦਬਾਅ ਬਣਾਇਆ ਗਿਆ ਤਾਂ ਸਰਕਾਰ ਨੇ ਭਾਵੇਂ ਇਹ ਫੈਸਲਾ ਵਾਪਸ ਜ਼ਰੂਰ ਲੈ ਲਿਆ, ਲੇਕਿਨ ਇੱਕ ਗੱਲ ਬਿਲਕੁਲ ਸਫਲ ਹੋਈ ਹੈ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ, ਜਿਵੇਂ ਕਿ ਵਿਜੇ ਸਾਂਪਲਾ ਜੀ ਕਹਿ ਰਹੇ ਨੇ ਕਿ ਸਰਕਾਰ ਜਿਹੜੇ ਫੈਸਲੇ ਲੈ ਰਹੀ ਹੈ ਇਹ ਦਲਿਤ ਸਮਾਜ ਦੇ ਵਿਰੋਧੀ ਨੇ, ਕਿਉਂਕਿ ਸਰਕਾਰ ਵੱਲੋਂ ਰਾਖਵੇਂ ਕਰਨ ਦਾ ਵਿਰੋਧ ਕੀਤਾ ਗਿਆ ਸੀ। ਲੇਕਿਨ ਜਦੋਂ ਗੁੱਸਾ ਵਧਿਆ ਪਰ ਸਰਕਾਰ ਨੇ ਫਿਰ ਇਹ ਫੈਸਲਾ ਵਾਪਸ ਲੈ ਲਿਆ ਸੀ। ਦੂਸਰਾ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਪੰਜਾਬ ਸਰਕਾਰ ਸਰਕਾਰੀ ਵਿਭਾਗਾਂ ਵਿੱਚ ਰੋਸਟਰ ਲਾਗੂ ਨਹੀਂ ਕਰ ਰਹੀ। ਜ਼ਿਲ੍ਹਾ ਅਦਾਲਤਾਂ ਵਿੱਚ ਕੰਮ ਕਰਦੇ ਜੱਜਾਂ ਦੀ ਤਰੱਕੀ ਦੇ ਵਿੱਚ ਰਾਖਵੇਂ ਕਰਨ ਸੰਬੰਧੀ ਸ਼ਿਕਾਇਤ ਤੇ ਕਮਿਸ਼ਨ ਨੇ ਜੋ ਗੱਲ ਮੰਨੀ ਸੀ ਉਸ ਨੂੰ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ। ਚੇਅਰਮੈਨ ਸਾਹਿਬ ਨੇ ਕਿਹਾ ਕਿ ਦਲਿਤ ਭਾਈਚਾਰਾ ਪਿਛਲੇ ਕਈ ਦਹਾਕਿਆਂ ਤੋਂ ਜ਼ਮੀਨਾਂ ਤੇ ਖੇਤੀ ਕਰ ਰਿਹਾ ਹੈ ਜਾਂ ਉਹਨਾਂ ਜ਼ਮੀਨਾਂ ਦੇ ਉੱਪਰ ਰਹਿ ਰਿਹਾ ਹੈ, ਉਹ ਜ਼ਮੀਨਾਂ ਨੂੰ ਵੀ ਹੁਣ ਜਬਰੀ ਵਾਪਸ ਲਿਆ ਜਾ ਰਿਹਾ ਹੈ ਜਾਂ ਫਿਰ ਹਰ ਸਾਲ ਲੀਜ਼ ਤੇ ਦੇਣ ਦੇ ਮਾਮਲੇ ਵਿੱਚ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਉਹ ਸਰਕਾਰ ਵੱਲੋਂ ਅਲਾਟ ਕੀਤੀ ਜ਼ਮੀਨ ਵਾਪਸ ਹੁਣ ਹੜੱਪਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਭਾਵ ਕਿ ਦਲਿਤਾਂ ਦੇ ਉੱਪਰ ਲਗਾਤਾਰ ਤਸ਼ੱਦਦ ਵੱਧਦਾ ਜਾ ਰਿਹਾ। ਸਰਕਾਰ ਵੱਲੋਂ ਕੋਈ ਵੀ ਦਲਿਤ ਭਾਈਚਾਰੇ ਨੂੰ ਰਿਆਇਤ ਨਹੀਂ ਦਿੱਤੀ ਜਾ ਰਹੀ ਤੇ ਉਲਟਾ ਜੋ ਰਾਖਵਾਂ ਕਰਨਾ ਉਹਨੂੰ ਵੀ ਖਤਮ ਕਰਨ ਦੀ ਨੀਤੀ ਦੇ ਉੱਪਰ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਸੋ ਇਸ ਲਿਖਤੀ ਸ਼ਿਕਾਇਤ ਤੋਂ ਬਾਅਦ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਜੀ ਵੱਲੋਂ ਵੀ ਆਸ਼ਵਾਸਨ ਦਿੱਤਾ ਗਿਆ ਸੀ ਕਿ ਇਸ ਸੰਬੰਧੀ ਬੜੀ ਜਲਦੀ ਸਰਕਾਰ ਤੋਂ ਜਵਾਬ ਜ਼ਰੂਰ ਮੰਗਿਆ ਜਾਏਗਾ। ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਇੱਕ ਪਾਸੇ ਪੰਜਾਬ ਦੇ ਜੋ ਅਧਿਕਾਰੀ ਨੇ, ਵੱਡੇ ਅਧਿਕਾਰੀ ਨੇ, ਸਰਕਾਰੀ ਅਫਸਰ ਨੇ, ਸਰਕਾਰ ਨੂੰ ਚਲਾਉਣ ਵਾਲੇ, ਉਹ ਸਰਕਾਰ ਦੇ ਵਿਰੁੱਧ ਸੰਘਰਸ਼ ਦੀ ਤਿਆਰੀ ਵਿੱਚ ਨੇ, ਉੱਥੇ ਹੀ ਹੁਣ ਰਾਜਪਾਲ ਵੱਲੋਂ ਵੀ ਉਹਨਾਂ ਨੂੰ ਜਵਾਬ ਤਲਬੀ ਕੀਤੀ ਜਾਏਗੀ, ਜਿਸ ਦੇ ਕਾਰਨ ਹੁਣ ਆਪਾਂ ਕਹਿ ਸਕਦੇ ਕਿ ਭਗਵੰਤ ਮਾਨ ਦੀ ਸਰਕਾਰ ਮੁਸ਼ਕਲਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਬਣਨਗੇ, ਇਹਨਾਂ ਹਾਲਾਤਾਂ ਤੋਂ ਬਾਹਰ ਨਿਕਲਣ ਦੇ ਲਈ ਬੜੀ ਮੁਸ਼ਕਿਲ ਤਾਂ ਸਾਹਮਣੇ ਆਏਗੀ। ਤਾਂ ਕਿਸ ਤਰੀਕੇ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਇਹਨਾਂ ਮੁਸ਼ਕਿਲਾਂ ਨੂੰ ਟੈਕਲ ਕਰਦੀ ਹੈ, ਇਹ ਦੇਖਣ ਵਾਲੀ ਗੱਲ ਹੋਏਗੀ। ਤੇ ਦੂਸਰੇ ਪਾਸੇ ਹੁਣ ਗੱਲ ਕਰੀਏ ਆਪਾਂ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਿਲਾਂ ਦੇ ਵਿੱਚ ਲਗਾਤਾਰ ਵਾਧਾ ਹੈ, ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਨੂੰ ਲੈ ਕੇ, ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਚੌਤਰਫਾ ਦਬਾਅ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਸ਼ੁਰੂਆਤ ਤਾਂ ਭਾਵੇਂ ਪਹਿਲਾਂ ਹੀ ਹੋ ਚੁੱਕੀ ਸੀ, ਲੇਕਿਨ ਜਦੋਂ ਰਾਸ਼ਟਰਪਤੀ ਦੀ ਚੋਣ ਹੋਈ ਹੈ, ਦ੍ਰੋਪਦੀ ਮੁਰਮੂ ਦੇ ਹੱਕ ਦੇ ਵਿੱਚ ਵੋਟਿੰਗ ਦਾ ਮਨ ਬਣਾਇਆ ਸੀਗਾ ਅਕਾਲੀ ਦਲ ਦੇ ਵੱਲੋਂ, ਤੇ ਆਪਣੇ ਜੋ ਵਿਧਾਇਕ ਨੇ ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਉਹ ਐਨਡੀਏ ਦੀ ਸਪੋਰਟ ਕਰਨਗੇ ਤੇ ਐਨਡੀਏ ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਵੋਟ ਕਰਨਗੇ। ਲੇਕਿਨ ਉਹਨਾਂ ਦੇ ਹੀ ਸੀਨੀਅਰ ਲੀਡਰ ਮਨਪ੍ਰੀਤ ਇਆਲੀ ਦੇ ਵੱਲੋਂ ਇਸ ਦਾ ਬਾਈਕਾਟ ਕਰ ਦਿੱਤਾ ਗਿਆ। ਉਹਨਾਂ ਨੇ ਨਾ ਸਿਰਫ ਆਪਣੇ ਪਾਰਟੀ ਦੇ ਅਗੇਂਸਟ ਜਾ ਕੇ ਵੋਟ ਦੀ ਵਰਤੋਂ ਹੀ ਨਹੀਂ ਕੀਤੀ, ਤਾਂ ਉਹਨਾਂ ਨੇ ਨਾਲ ਹੀ ਨਾਲ ਸਿੱਧੇ ਤੌਰ ਤੇ ਇਹ ਗੱਲ ਕਹੀ ਸੀ ਕਿ ਇਲੈਕਸ਼ਨ ਤੋਂ ਬਾਅਦ ਜੋ ਇੱਕ 13 ਮੈਂਬਰੀ ਕਮੇਟੀ ਬਣੀ ਸੀ, ਜਿਸ ਦੇ ਚੇਅਰਮੈਨ ਸੀਗੇ ਸਰਦਾਰ ਇਕਬਾਲ ਸਿੰਘ ਝੁੰਦਾ, ਜਿਹੜੇ ਕਿ ਤਕਰੀਬਨ 100 ਹਲਕਿਆਂ ਦੇ ਵਿੱਚ ਵਿਚਰੇ ਸੀ ਅਤੇ ਲੋਕਾਂ ਦੀ ਫੀਡਬੈਕ ਲੈ ਕੇ ਆਏ ਸੀ ਇਸ ਮਾਮਲੇ ਦੇ ਵਿੱਚ ਕਿ ਆਖਰ ਅਕਾਲੀ ਦਲ ਦੀ ਇਸ ਹਾਲਤ ਦੇ ਲਈ ਜ਼ਿੰਮੇਵਾਰ ਕੌਣ ਹੈ। ਸੋ ਉਹਨਾਂ ਨੇ ਸਿਫਾਰਸ਼ਾਂ ਕੀਤੀਆਂ ਸੀ, ਜਿਹਦੇ ਤਕਰੀਬਨ 40 ਤੋਂ ਪਲੱਸ ਉਹਨਾਂ ਸਿਫਾਰਸ਼ਾਂ ਦੀ ਗਿਣਤੀ ਸੀ, ਜਿਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਸੰਗਠਨ ਦੇ ਵਿੱਚ ਬੜੇ ਵੱਡੀ ਤਬਦੀਲੀ ਦੀ ਜ਼ਰੂਰਤ ਹੈ, ਵੱਡੇ ਬਦਲਾਅ ਦੀ ਜ਼ਰੂਰਤ ਹੈ। ਨਾਲ ਹੀ ਨਾਲ ਲੀਕ ਹੋਈ ਇਸ ਜੋ ਸਿਫਾਰਸ਼ਾਂ ਸੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਜੇਕਰ ਕਿਸੇ ਦੇ ਉੱਪਰ ਉਂਗਲ ਉੱਠੀ ਸੀ ਤਾਂ ਉੱਠੀ ਸੀ ਬਾਦਲ ਪਰਿਵਾਰ ਦੇ ਉੱਪਰ, ਤੇ ਸਭ ਤੋਂ ਜ਼ਿਆਦਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਪਰ, ਕਿ ਸੁਖਬੀਰ ਸਿੰਘ ਬਾਦਲ ਜਦੋਂ ਤੱਕ ਪ੍ਰਧਾਨ ਰਹਿਣਗੇ ਉਦੋਂ ਤੱਕ ਪਾਰਟੀ ਫਿਰ ਤੋਂ ਲੋਕਾਂ ਦੇ ਵਿੱਚ ਆਪਣਾ ਜੋ ਵਿਸ਼ਵਾਸ ਆ ਉਹ ਬਹਾਲ ਨਹੀਂ ਕਰ ਪਾਏਗੀ। ਇਸ ਨੂੰ ਲੈ ਕੇ ਤਿੱਖਾ ਵਿਰੋਧ ਕੀਤਾ ਗਿਆ ਸੀ ਮਨਪ੍ਰੀਤ ਸਿੰਘ ਇਆਲੀ ਦੇ ਵੱਲੋਂ। ਇਹ ਕਮੇਟੀ ਦੀ ਗੱਲ ਕਰੀਏ, ਝੁੰਦਾ ਕਮੇਟੀ ਦੀ ਸਿਫਾਰਸ਼ਾਂ ਦੀ ਗੱਲ ਕਰੀਏ, ਤਾਂ ਇਹ ਰਿਪੋਰਟ ਜਦੋਂ ਕੋਰ ਕਮੇਟੀ ਦੇ ਵਿੱਚ ਪਹੁੰਚਦੀ ਹੈ ਤਾਂ ਉੱਥੇ ਇਹ ਗੱਲ ਕਹੀ ਜਾਂਦੀ ਹੈ ਕਿ ਬਾਕੀ ਸਾਰੀਆਂ ਸਿਫਾਰਸ਼ਾਂ ਮੰਨ ਲਈਆਂ ਗਈਆਂ ਨੇ, ਜਿਹੜੀਆਂ ਵੀ ਸਿਫਾਰਸ਼ਾਂ ਨੇ, ਲੇਕਿਨ
ਬਲਵਿੰਦਰ ਸਿੰਘ ਭੂੰਦੜ ਜੋ ਕਿ ਕਨਵੀਨਰ ਨੇ ਕੋਰ ਕਮੇਟੀ ਦੇ, ਉਹਨਾਂ ਵੱਲੋਂ ਇਹ ਗੱਲ ਕਹੀ ਕਿ ਕਿਸੇ ਵੀ ਸਿਫਾਰਿਸ਼ ਵਿੱਚ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਦੇ ਉੱਪਰ ਉਂਗਲ ਨਹੀਂ ਉੱਠੀ, ਕਿਸੇ ਤਰੀਕੇ ਦੇ ਨਾਲ ਵੀ ਪ੍ਰਧਾਨਗੀ ਨੂੰ ਲੈ ਕੇ ਕੋਈ ਰੌਲਾ ਰੱਪਾ ਨਹੀਂ। ਇਸ ਤੋਂ ਬਾਅਦ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਇੱਕ ਵੱਡਾ ਇਲਜ਼ਾਮ ਲੱਗਦਾ ਹੈ, ਤਿੱਖਾ ਵਿਰੋਧ ਕੀਤਾ ਜਾਂਦਾ ਗਾ ਤੇ ਵਿਰੋਧ ਇਸ ਕਦਰ ਵੱਧਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਖੁਦ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੂੰ ਮਿਲਣ ਵਾਸਤੇ ਉਹਨਾਂ ਦੀ ਨਿਵਾਸ ਤੇ ਆਉਣਾ ਪਿਆ, ਪਟਿਆਲਾ ਦੇ ਵਿੱਚ ਪਹੁੰਚਣਾ ਪਿਆ, ਮੀਟਿੰਗ ਕਰਨੀ ਪਈ। ਮੀਟਿੰਗ ਦੇ ਵਿੱਚ ਕੀ ਹੋਇਆ ਭਾਵੇਂ ਇਹ ਪੂਰੀ ਤਰੀਕੇ ਦੇ ਨਾਲ ਕਲੀਅਰ ਨਹੀਂ ਹੋ ਸਕਿਆ, ਲੇਕਿਨ ਇਹ ਗੱਲ ਜ਼ਰੂਰ ਹੈ ਕਿ ਮੀਟਿੰਗ ਸੁਖਾਵੀ ਨਹੀਂ ਰਹੀ ਸੀ, ਕਿਉਂਕਿ ਇਸ ਮੀਟਿੰਗ ਤੋਂ ਬਾਅਦ ਉਸ ਸ਼ਾਮ ਨੂੰ ਹੀ ਪੂਰੇ ਦਾ ਪੂਰਾ ਸ਼੍ਰੋਮਣੀ ਅਕਾਲੀ ਦਲ ਦਾ ਜੋ ਢਾਂਚਾ ਹੈ, ਸੰਗਠਨਾਤਮਕ ਢਾਂਚਾ ਹੈ, ਉਸ ਨੂੰ ਭੰਗ ਕਰ ਦਿੱਤਾ ਜਾਂਦਾ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਿਰਫ ਪ੍ਰਧਾਨਗੀ ਦੀ ਕੁਰਸੀ ਨੂੰ ਛੱਡ ਕੇ ਸਾਰਾ ਕੁਝ ਹੀ ਭੰਗ ਕਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਹੁਣ ਇਹ ਬਗਾਵਤਾਂ ਜੋ ਤੇਜ਼ ਹੋਈਆਂ ਨੇ। ਜਗਮੀਤ ਸਿੰਘ ਬਰਾੜ ਦੀ ਗੱਲ ਕਰੀਏ, ਉਹ ਵੀ ਪ੍ਰਧਾਨਗੀ ਦੇ ਅਸਤੀਫੇ ਦੀ ਗੱਲ ਕਰਦੇ ਨੇ ਤੇ ਨਾਲ ਹੀ ਨਾਲ ਬਿਗਲ ਵਜਾਇਆ ਜਾਂਦਾ ਵੀ ਜਦੋਂ ਸਾਰਾ ਸੰਗਠਨਾਤਮਕ ਢਾਂਚਾ ਭੰਗ ਕੀਤਾ ਜਾਂਦਾ ਹੈ ਤਾਂ ਫਿਰ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਕਿਉਂ ਨਹੀਂ ਛੱਡ ਰਹੇ, ਉਹ ਪ੍ਰਧਾਨਗੀ ਦੇ ਅਸਤੀਫੇ ਤੋਂ ਆਖਰ ਪ੍ਰਧਾਨਗੀ ਦੀ ਕੁਰਸੀ ਤੋਂ ਅਸਤੀਫਾ ਕਿਉਂ ਨਹੀਂ ਦੇ ਰਹੇ, ਕਿਉਂਕਿ ਵਿਰੋਧ ਜੋਕਰ ਝੁੰਦਾ ਕਮੇਟੀ ਦੀ ਗੱਲ ਕਰੀਏ ਜਾਂ ਫਿਰ ਪਬਲਿਕ ਡੋਮੇਨ ਦੀ ਗੱਲ ਕਰੀਏ, ਉੱਥੇ ਜੋ ਵਿਰੋਧ ਹੈ ਉਹ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ, ਉਹ ਸਿਰਫ ਔਰ ਸਿਰਫ ਬਾਦਲ ਪਰਿਵਾਰ ਦਾ, ਤੇ ਉਸ ਦੇ ਵਿੱਚੋਂ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਲੋਕਾਂ ਦੇ ਵਿੱਚ ਗੁੱਸਾ ਹੈ। ਜੋ ਗੁੱਸਾ ਹੈ ਉਹ ਸਿਰਫ ਔਰ ਸਿਰਫ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ। ਤਾਂ ਫਿਰ ਕਿਉਂ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਤੋਂ ਅਸਤੀਫਾ ਨਹੀਂ ਦੇ ਰਹੇ? ਸੋ ਇਹਨਾਂ ਨੂੰ ਲੈ ਕੇ ਜਗਮੀਤ ਬਰਾੜ ਚਰਚਾ ਦੇ ਵਿੱਚ ਆਏ ਸੀ, ਜਿਸ ਨੂੰ ਲੈ ਕੇ ਦਲਜੀਤ ਚੀਮਾ ਜੀ ਵੀ ਕਹਿੰਦੇ ਨਜ਼ਰ ਆਏ ਸੀ ਵੀ ਇਹ ਪਾਰਟੀ ਦੀਆਂ ਗੱਲਾਂ ਪਾਰਟੀ ਪੱਧਰ ਤੇ ਹੋਣੀ ਚਾਹੀਦੀਆਂ ਨੇ, ਪਾਰਟੀ ਪਲੇਟਫਾਰਮ ਤੇ ਹੋਣੀ ਚਾਹੀਦੀਆਂ ਨੇ। ਕਿਸੇ ਵੀ ਸੀਨੀਅਰ ਲੀਡਰ ਨੂੰ ਪਬਲਿਕ ਡੋਮੇਨ ਦੇ ਵਿੱਚ ਜਾਂ ਫਿਰ ਮੀਡੀਆ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਲੇਕਿਨ ਹੁਣ ਇਸ ਤੋਂ ਬਾਅਦ ਅਕਾਲੀ ਦਲ ਦੇ ਲੰਮੇ ਸਮੇਂ ਤੱਕ ਸਿਪਾਹ ਸਲਾਰ ਰਹੇ, ਸੀਨੀਅਰ ਲੀਡਰ ਰਹੇ, ਜਾਂ ਫਿਰ ਕਹੀਏ ਵੱਡੇ ਬਾਦਲ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਰਹੇ, ਢੀਂਡਸਾ ਪਰਿਵਾਰ ਵੱਲੋਂ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਵੀ ਹੁਣ ਇਸ ਮਾਮਲੇ ਦੇ ਵਿੱਚ ਦਸਤਕ ਦਿੱਤੀ ਗਈ ਹੈ। ਉਹਨਾਂ ਨੇ ਵੀ ਸਿਫਾਰਿਸ਼ਾਂ ਦੀ ਗੱਲ ਕੀਤੀ ਹੈ ਵੀ ਲੋਕਾਂ ਦਾ ਗੁੱਸਾ, ਉਹ ਵੀ ਜਗਮੀਤ ਬਰਾੜ ਦੀ ਹੀ ਗੱਲ ਕਰਦੇ ਨਜ਼ਰ ਆ ਰਹੇ ਨੇ ਵੀ ਜਿਸ ਤਰੀਕੇ ਨਾਲ ਜਗਮੀਤ ਸਿੰਘ ਬਰਾੜ ਨੇ ਕਿਹਾ ਸੀ ਕਿ ਗੁੱਸਾ ਅਕਾਲੀ ਦਲ ਦੇ ਨਾਲ ਨਹੀਂ, ਗੁੱਸਾ ਤਾਂ ਸਿਰਫ ਔਰ ਸਿਰਫ ਸੁਖਬੀਰ ਬਾਦਲ ਦੇ ਨਾਲ ਹੈ। ਤਾਂ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਹੁਣ ਸੁਖਦੇਵ ਸਿੰਘ ਢੀਂਡਸਾ ਕਿ ਜਿਹੜਾ ਗੁੱਸਾ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਹੀ ਖਿਲਾਫ ਹੈ। ਫਿਰ ਸੁਖਬੀਰ ਸਿੰਘ ਬਾਦਲ ਜਦੋਂ ਪੂਰੇ ਸੰਗਠਨ ਨੂੰ ਭੰਗ ਕਰ ਸਕਦੇ ਨੇ ਤਾਂ ਆਪਣੇ ਅਹੁਦੇ ਦੇ ਉੱਪਰੋਂ ਜਾਂ ਆਪਣੀ ਕੁਰਸੀ ਦੇ ਉੱਪਰੋਂ ਉਹ ਅਸਤੀਫਾ ਕਿਉਂ ਨਹੀਂ ਦੇ ਰਹੇ, ਭਾਵੇਂ ਕਿ ਇਹ ਵਿਰੋਧ ਪਹਿਲਾਂ ਵੀ ਕਰਦੇ ਹੋਏ ਨਜ਼ਰ ਆਏ ਸੀ, ਜਿਸ ਦੇ ਕਾਰਨ ਉਹਨਾਂ ਨੂੰ ਪਾਰਟੀ ਤੋਂ ਛਾਂਟੀ ਤੱਕ ਕਰ ਦਿੱਤੀ ਗਈ ਸੀ, ਕਿਉਂਕਿ ਇਹ ਮਨ ਮੁਟਾਵ ਸੀ ਜੋ ਕੁਰਸੀ ਨੂੰ ਲੈ ਕੇ ਸੀ, ਪ੍ਰਧਾਨਗੀ ਨੂੰ, ਕਿਉਂਕਿ ਵੱਡੇ ਲੀਡਰ ਸੀਗੇ ਤੇ ਜਦੋਂ ਪ੍ਰਧਾਨਗੀ ਮਿਲੀ ਸੀ ਸੁਖਬੀਰ ਸਿੰਘ ਬਾਦਲ ਨੂੰ, ਉਦੋਂ ਤੋਂ ਹੀ ਮਨਾਂ ਦੇ ਵਿੱਚ ਫਰਕ ਆਇਆ ਸੀ। ਬਾਦਲ ਪਰਿਵਾਰ ਦੇ ਅਤੇ ਢੀਂਡਸਾ ਪਰਿਵਾਰ ਦੇ ਅਲੱਗ ਥਲੱਗ ਹੋਏ ਸੀ, ਵੱਖਰੀ ਪਾਰਟੀ ਬਣਾਈ ਸੀ ਤੇ ਹੁਣ ਵੱਖਰੀ ਪਾਰਟੀ ਦੇ ਨਾਲ ਹੀ ਉਹ ਚੱਲ ਰਹੇ ਨੇ। ਲੇਕਿਨ ਅਕਾਲੀ ਦਲ ਦੇ ਲਈ ਚਿੰਤਾ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਪਾਰਟੀ ਨੇ ਸਰਵਾਈਵ ਕਰਨਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਅਸਤੀਫਾ ਜ਼ਰੂਰ ਦੇਣਾ ਪੈਣਾ। ਸੋ ਇਹ ਸੀ ਉਹ ਅਹਿਮ ਖਬਰਾਂ ਜਿਨ੍ਹਾਂ ਦੇ ਉੱਪਰ ਆਪਾਂ ਚਰਚਾ ਕੀਤੀ ਹੈ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ, ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।